ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ। ਅੱਜ ਅਸੀਂ ਲੈ ਕੇ ਹਾਜ਼ਰ ਹਾਂ ਐਪੀਸੋਡ 14 ਜਿਸ ਦੇ ਵਿੱਚ ਸਾਡੇ ਨਾਲ ਅੱਜ ਗੈਸਟ ਨੇ ਹਰਕਿਰਤ ਸਿੰਘ ਆਹਲੂਵਾਲੀਆ। ਸੋ ਹਰਕਿਰਤ ਸਿੰਘ ਜੀ ਦੀ ਜੇ ਅਸੀਂ ਗੱਲ ਕਰੀਏ, ਉਹਨਾਂ ਦੀ 4th ਜਨਰੇਸ਼ਨ ਜਿਹੜੀ ਆ ਉਹ ਫਾਰਮਿੰਗ ਦੇ ਵਿੱਚ ਆ। ਹਰਕਿਰਤ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਫਾਰਮਿੰਗ ਤੇ ਹੋਟਲ ਇੰਡਸਟਰੀ ਦਾ ਇੱਕ ਕੰਬੀਨੇਸ਼ਨ ਬਣਾਇਆ, ਜਿੱਥੇ ਕਿ ਉਹ ਆਪਣੀ ਜਿਹੜੀ ਐਗਰੀਕਲਚਰਲ ਲੈਂਡ ਆ ਉੱਥੇ ਬਹੁਤ ਸਾਰੇ ਗੈਸਟਸ ਨੂੰ ਠਹਿਰਾਉਂਦੇ ਨੇ, ਬਹੁਤ ਸਾਰੇ ਇਵੈਂਟਸ ਕਰਦੇ ਨੇ, ਐਕਟੀਵਿਟੀਜ਼ ਕਰਦੇ ਨੇ, ਇੱਥੋਂ ਤੱਕ ਕਿ ਸਮਾਲ ਵੈਡਿੰਗਸ ਵੀ ਜਿਹੜੀਆਂ ਕਿ ਉਹ ਹੋਸਟ ਕਰਦੇ ਨੇ। ਬਹੁਤ ਸਾਰੇ NRIs ਨੇ, ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਜਿਹੜੇ ਆ ਕੇ ਉਹਨਾਂ ਕੋਲ ਉੱਥੇ ਸਟੇ ਕਰਦੇ ਨੇ ਤੇ ਐਕਸਪੀਰੀਅੰਸ ਕਰਦੇ ਨੇ ਰੂਰਲ ਏਰੀਆਜ਼ ਦੇ ਵਿੱਚ ਰਹਿਣਾ, ਇੱਕ ਪੀਸਫੁਲ ਮਾਹੌਲ ਦੇ ਵਿੱਚ, ਇੱਕ ਡਿਫਰੈਂਟ ਮਾਹੌਲ ਦੇ ਵਿੱਚ। ਤੇ ਮੈਨੂੰ ਬੜੀ ਖੁਸ਼ੀ ਹੈ ਕਿ ਹਰਕਿਰਤ ਜੀ ਬਹੁਤ ਸਕਸੈਸਫੁਲੀ ਇਹ ਬਿਜ਼ਨਸ ਜਿਹੜਾ ਉਹ ਰਨ ਕਰ ਰਹੇ ਨੇ ਤੇ ਬਹੁਤ ਸਾਰੇ ਫਾਰਮਰਸ, ਬਹੁਤ ਸਾਰਾ ਯੂਥ ਸਾਡੇ ਪੰਜਾਬ ਦਾ, ਬਹੁਤ ਸਾਰੇ ਐਂਟਰਪ੍ਰੀਨਿਓਰਸ ਜਿਹੜੇ ਆ ਉਹ ਇਸ ਇੰਡਸਟਰੀ ਦੇ ਵਿੱਚ ਜਿਹੜੇ ਆ ਐਂਟਰ ਕਰ ਸਕਦੇ ਨੇ and they can learn a lot from Harkirat Singh. So, sir, welcome to the show. My pleasure to be on the show. First time I have listened about rural homestays, rural areas they which and they do a lot of activities, and then your ventures talk about agro-tourism. So, what this all? Like, I want you to, mere viewers know dasso ki kis tarah di industry hai. First of all, the big sat shri akal to all my listeners and watchers all over the world. I am ਪਹਿਲੀ ਗੱਲ ਤਾਂ proud to be a Punjabi. ਕਿਸਮਤ ਚੰਗੀ ਹੈ ਕਿ ਪਿੰਡ 'ਚ ਪਲੇ ਹਾਂ। Basically ਮੈਂ ਤੁਹਾਨੂੰ ਥੋੜਾ ਜਿਹਾ background ਆਪਣਾ ਦਿੰਨਾ। I am basically citrus grower. So this is the 4th generation into citrus farming in Hoshiarpur district. ਪੜਿਆ ਮੈਂ ਚੰਡੀਗੜ੍ਹ 2000 'ਚ ਵਾਪਸ ਆਇਆ ਹੁਸ਼ਿਆਰਪੁਰ to take care of my farm. Then I decided ਮੈਂ ਕਿਹਾ ਹੁਣ farm ਨੂੰ ਦੇਖਣ ਦੇ ਇਲਾਵਾ ਵੀ we need some more activity here because you know it was getting very boring for me. ਸ਼ਾਮ ਨੂੰ ਸਮਝ ਨਹੀਂ ਆਉਂਦੀ ਸੀ ਕਰੋ ਕੀ ਇੱਥੇ। ਸੋ ਮੈਂ ਫਿਰ ਇਹ ਸੋਚਿਆ ਕਿ ਲੈਟਸ ਵਰਕ ਔਨ ਸਮਥਿੰਗ ਵੇਅਰ ਵੀ ਗੈਟ ਪੀਪਲ ਟੂ ਦ ਫਾਰਮ ਤੇ ਆ ਕੇ ਇੱਥੇ ਸਾਡੇ ਨਾਲ ਰਹਿਣ, ਸਾਡੇ ਘਰ ਰਹਿਣ ਤੇ ਐਕਸਪੀਰੀਅੰਸ ਕਰਨ ਕਿ ਜਿਹੜੀ ਫਾਰਮ ਲਾਈਫ ਹੁੰਦੀ ਹੈ, how is it different from the urban life. So that's how in 2008 ਮੈਂ ਆਪਣਾ ਪਹਿਲਾ ਪ੍ਰੋਜੈਕਟ ਲਾਇਆ called Citrus County. ਸੋ ਇਹਦੇ ਵਿੱਚ ਕੀ ਕੀਤਾ ਸੀ, ਲਗਜ਼ਰੀ ਟੈਂਟਡ ਅਕੋਮੋਡੇਸ਼ਨ, ਬੜੀ ਹਾਈ ਕੁਆਲਿਟੀ ਲਗਜ਼ਰੀ ਟੈਂਟਡ ਅਕੋਮੋਡੇਸ਼ਨ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਸੀਗੀ। ਬਟ ਐਟ ਦ ਸੇਮ ਟਾਈਮ ਮੈਂ ਚਾਹੁੰਦਾ ਸੀਗਾ ਕਿ ਉਹਨਾਂ ਨੂੰ ਇੱਕ ਰੂਰਲ ਐਕਸਪੀਰੀਅੰਸ ਮਿਲੇ। ਸੋ ਅਸੀਂ ਐਕਟੀਵਿਟੀਜ਼ ਬੜੀਆਂ ਉਹਦੇ 'ਚ ਇਨਵੋਲਵ ਕੀਤੀਆਂ। ਨੈਚੁਰਲੀ ਪਹਿਲੇ ਤਾਂ ਐਕਟੀਵਿਟੀ ਜਿਹੜੀ ਸੀਗੀ ਪਿੰਡ ਦਿਖਾਉਣਾ ਐਂਡ ਜਿਹੜੀ ਫਾਰਮ ਦੀ ਸਾਡੀ ਲਾਈਫ ਹੈ, ਐਕਟੀਵਿਟੀਜ਼ ਨੇ ਉਹ ਦਿਖਾਉਣੀ। ਸੋ ਸਲੋਲੀ ਅਸੀਂ ਮਾਰਕੀਟਿੰਗ ਕਰਨੀ ਸ਼ੁਰੂ। ਪਹਿਲੇ ਤਾਂ ਬੜੀ ਮਾਰਕੀਟਿੰਗ ਦੀ ਬੜੀ ਪ੍ਰੋਬਲਮ ਆਈ ਕਿਉਂਕਿ ਸਾਡੀ ਇਨਵੈਂਟਰੀ ਸਿਰਫ 6 ਟੈਂਟ ਸੀਗੇ ਤੇ ਕੋਈ ਅੱਛਾ ਟਰੈਵਲ ਏਜੰਟ ਸਾਡਾ ਹੱਥ ਨਹੀਂ ਫੜ ਰਿਹਾ ਸੀ ਕਿਉਂਕਿ ਉਹ ਕਹਿੰਦੇ ਸੀ ਯੂ ਗॉट ਅ ਵੈਰੀ ਸਮਾਲ ਇਨਵੈਂਟਰੀ। ਐਨੀਵੇਜ਼ ਅਸੀਂ ਆਪਣੀ ਕੁਆਲਿਟੀ ਮੇਨਟੇਨ ਰੱਖੀ ਹਰ ਟਾਈਮ। ਫਿਰ ਜਦੋਂ ਗੈਸਟ ਵਾਪਸ ਜਾ ਕੇ when they talked about it, ਟਰੈਵਲ ਏਜੰਟਸ ਨੂੰ ਵੀ ਇੰਟਰਸਟ ਪੈਦਾ ਹੋ ਗਿਆ ਇਹਦੇ ਵਿੱਚ ਤੇ because they saw a good product to be sold in the market. ਤੁਹਾਡੇ ਫਰਸਟ ਗੈਸਟ ਕਿਹੜੇ ਸੀ who visited your place? ਮੇਰੇ ਫਰਸਟ ਗੈਸਟ ਜਿਹੜੇ ਸੀਗੇ ਆਸਟ੍ਰੇਲੀਅਨ ਗਰੁੱਪ ਸੀਗਾ about 20 ਲੋਕਾਂ ਦਾ ਐਂਡ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ ਕਿ ਕਿੱਦਾਂ ਆਏ ਸਾਰੇ। they were all booked. ਫਿਰ ਤੁਹਾਡਾ ਇੱਕ ਤਾਂ 2008 ਵਿੱਚ ਰਿਸੈਸ਼ਨ ਹੋ ਗਿਆ, if you remember ਅਮਰੀਕਾ ਦੇ ਵਿੱਚ, ਉਹਦੇ ਨਾਲ ਇਕਨੋਮੀ slow down ਹੋ ਗਈ। so you know lot of people started saving money. second, if you remember 26/11 ਹੋਇਆ ਸੀਗਾ ਬੰਬੇ ਦੇ where terror attack ਸੀਗਾ। so basically ਜਿਹੜੀ ਟੂਰਿਜ਼ਮ ਇੰਡਸਟਰੀ ਹੈਗੀ ਹੈ ਇਹ ਦੋ ਚੀਜ਼ਾਂ ਤੋਂ ਬਹੁਤ ਜਲਦੀ ਫਲਕਚੁਏਟ ਕਰ directly affects the tourism industry. one is the economic slowdown and one is any terror activity. So ਹੋਇਆ ਕਿ I was very disappointed. ਮੈਂ ਕਿਹਾ ਮੈਂ ਇਹਨਾਂ ਤਿਆਰ ਖਰਚਾ ਕਰਕੇ ਨਵਾਂ ਪ੍ਰੋਜੈਕਟ ਬਣਾਇਆ ਹੈਗਾ everything. so ਮੈਂ I decided I'll fly to Melbourne ਜਿੱਥੋਂ ਸਾਰੇ ਗੈਸਟ ਆਣੇ ਸੀਗੇ and I told my agent ਮੈਂ ਕਿਹਾ ਤੂੰ ਸਾਰਿਆਂ ਨੂੰ ਲੰਚ ਲਈ ਇਕੱਠਾ ਕਰ and I'll host the lunch and let's convince them to come, try them again. so I went, ਮੈਂ lunch ਤੇ ਔਰ absolutely ਉਹ game ਹੀ ਉੱਥੇ ਹੋਰ ਸੀਗੀ। when I went they were just casual and cool about it and they all wanted to visit India. so I told them, see guys, don't worry, you come to India, I will take the first bullet.
if it comes. I will take care of you. You will be surprised. Sare aaye. All of them came, enjoyed 3 days with us. So ਉਸ ਤੋਂ ਬਾਅਦ became a tradition with that company ਕਿ ਹਰ New Year's Day ਉਹ ਆਪਣਾ group ਲੈ ਕੇ ਆਉਂਦੇ ਨੇ ਸਾਡੇ ਕੋਲ. And ਅਸੀਂ ਬੜੀ interesting ਚੀਜ਼ ਹੁਣ ਕਰਨੀ ਸ਼ੁਰੂ ਕਰਤੀ ਹੈ. We have started doing beautiful Indian weddings for them. So ਉਹ ਕੀ ਕਰਦੇ ਨੇ ਕਿ ਉੱਥੇ ਪ੍ਰਮੋਟ ਕਰਦੇ ਨੇ Indian weddings. तो ਉੱਥੋਂ 18 20 25 ਬੰਦਿਆਂ ਦਾ group ਇਕੱਠਾ ਹੁੰਦਾ ਹੈ. And out of that 3 to 4 couples exchange vows again. So ਪੂਰਾ ਅਸੀਂ ਉਹਨਾਂ ਨੂੰ ਪੰਜਾਬੀ tradition ਦਿਖਾਉਂਦੇ ਆ. 3 ਦਿਨ ਦਾ event ਕਰਦੇ ਇੱਥੇ and they go back with beautiful memories of a Punjabi wedding. So what inspired you like to start this? From where did you get this idea? ਇਹ ਆਈਡੀਆ ਵੀ ਆਸਟ੍ਰੇਲੀਆ ਤੋਂ ਹੀ ਆਇਆ ਸੀਗਾ. ਮੇਰੇ ਨਾ ਆਸਟ੍ਰੇਲੀਅਨ ਹੈਗੇ ਨੇ ਉੱਥੇ ਰਹਿੰਦੇ, ਰਸ਼ੀਅਨਸ ਨੇ ਵੈਸੇ, but ਆਸਟ੍ਰੇਲੀਆ ਚ ਰਹਿੰਦੇ ਨੇ ਮੈਲਬਨ. So we all went for wine tasting. And so she gave me an idea. She says, Harkirat, why don't you start something in your farm where people come and do farm tours and you set up an accommodation for them. So ਮੇਰੇ ਦਿਮਾਗ ਚ ਸੀਗਾ, but I didn't have the resources that time. So ਜਦੋਂ ਮੇਰੇ ਕੋਲ resources ਆਏ ਮੈਂ ਇਹਨੂੰ ਬਣਾ ਲਿਆ. ਹੁਣ from there ਹੁਣ ਸਾਡੀਆਂ we have 3 properties. So expand ਕਰਦੇ ਰਹੇ. 2 ਹੁਸ਼ਿਆਰਪੁਰ ਚ ਹੈਗੀਆਂ ਤੇ 1 ਹਿਮਾਚਲ ਚ ਹੈਗੀ. great. So ਮੇਰਾ ਵੀ ਪਤਾ, ਮੈਂ ਤੁਹਾਨੂੰ ਬੜਾ ਵਾਚ ਕਰਦੀ ਰਹਿੰਦੀ ਆ ਤੇ ਫੋਟੋਜ਼ ਮੈਨੂੰ ਬਹੁਤ ਅਟਰੈਕਟ ਕਰਦੀਆਂ. ਮੈਂ ਖੁਦ ਦੇਖੋ ਕਿੰਨੀ ਕੋਲ ਰਹਿੰਦੀ ਆ, ਬਟ ਆਈ ਵਿਲ ਆਲਸੋ ਕਮ. ਇਵਨ ਟੂ ਮਾਈ ਵਿਊਅਰਸ ਆਈ ਵਾਂਟ ਟੂ ਮੈਂਸ਼ਨ ਕਿ ਸਿਟਰਸ ਕਾਉਂਟੀ ਇਟ ਇਜ਼ ਇਨ ਹੁਸ਼ਿਆਰਪੁਰ. ਸਾਡੇ ਆਪਣੇ ਪੰਜਾਬ ਦੇ ਵਿੱਚ ਹੀ ਕਿੰਨੇ ਅੱਛੇ ਵੈਂਚਰਸ ਜਿਹੜੇ ਆ ਉਹ ਖੁੱਲੇ ਆ ਐਂਡ I am also very much motivated to come down. So even I wanted to ask ਕਿ ਤੁਹਾਡੇ guest ਕੌਣ ਹੁੰਦੇ ਨੇ? Means what category of people can think to stay over there? ਜੇ ਮੈਂ ਆਪਣੀ ਗੱਲ ਕਰਾਂ ਤੇ I have a very busy and hectic schedule and ਜਦੋਂ ਮੈਂ ਤੁਹਾਡਾ ਦੇਖਦੀ ਹਾਂ ਤੇ it attracts me a lot ਕਿ ਥੋੜਾ ਜਿਹਾ ਆਰਾਮ ਇੱਕ ਦੂਰ ਕਿਤੇ ਰੂਰਲ ਜਗ੍ਹਾ ਤੇ ਜਾ ਕੇ I feel like ਕਿ ਮੈਨੂੰ ਅੱਛਾ ਫੀਲ ਹੋਏਗਾ. So what category of guests come to your place? See, ਸਾਡੇ basically ਜਿਹੜੀ categories ਹੈ ਨਾ, it's not a hard and fast rule ਕਿ ਇਹਨੇ ਆਉਣਾ ਹੈ ਜਾਂ ਇਹਨੇ ਆਉਣਾ ਹੈ. So we get all kinds of people. We get film actors who run away from Bollywood and they come and stay with us for a week. ਕਿਸੇ ਨੂੰ ਨਹੀਂ ਪਤਾ ਚੱਲਦਾ ਉਹ ਆਉਂਦੇ ਨੇ. Then we have lot of NRIs ਜਿਹੜੇ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਪਿੰਡ ਦਿਖਾਉਣ ਲਈ, ਮਗਰ they cannot stay in villages. So ਸਾਡੇ ਕੋਲ ਰਹਿੰਦੇ ਨੇ, ਸਵੇਰੇ ਆਪਣਾ ਚਲੇ ਜਾਂਦੇ ਨੇ, ਘੁੰਮ ਕੇ ਵਾਪਸ ਸ਼ਾਮੀ ਆ ਜਾਂਦੇ, ਫਿਰ ਸ਼ਾਮੀ ਬੈਠ ਕੇ ਉਹਨਾਂ ਨਾਲ ਗੱਪਸ਼ਪ ਲੱਗਦੀ. Then we also have foreigners. ਉਹ ਸਾਡਾ ਬੜਾ ਵੱਡਾ segment ਹੈ, about 40-45% of inbound traffic ਜਿਹੜੇ ਬਾਹਰੋਂ ਆਉਂਦੇ ਨੇ. ਆਸਟ੍ਰੇਲੀਆ ਤੋਂ ਬਹੁਤ ਆਉਂਦੇ ਨੇ, then British ਬੜੇ ਆਉਂਦੇ ਨੇ, Canadians ਬੜੇ ਆਉਂਦੇ ਨੇ, South Africans ਬੜੇ ਆਉਂਦੇ ਨੇ, Central America ਤੋਂ ਬੜੇ ਆਉਂਦੇ ਨੇ. So lot of farming tours ਕਰਦੇ ਹਾਂ ਅਸੀਂ, ਜਿੱਥੇ from England ਸਿਰਫ farmers ਆਉਂਦੇ ਨੇ, ਸਿਰਫ farm ਦੇਖਣ ਆਉਂਦੇ ਨੇ, farm ਚ ਰਹਿੰਦੇ ਨੇ, ਸਾਡੇ ਨਾਲ share ਕਰਦੇ ਨੇ about their problems and our problems. So these are kind of experiences where then we also get ਇੱਕ ਬੜਾ interesting ਬੰਦਾ ਆਇਆ ਸਾਡੇ ਕੋਲ, Bosch company ਹੈਗੀ ਹੈ ਇੱਕ, ਉਹਦਾ world head ਆਇਆ. So he came about 5 years back ਤੇ ਆਪਣਾ plane ਚ ਆਇਆ, aircraft. So ਆਦਮਪੁਰ ਉਹਨੂੰ ਸਾਰੀ ਕਲੀਅਰੈਂਸਸ ਲੈ ਕੇ ਦਿੱਤੀਆਂ, ਲੈਂਡ ਕੀਤਾ, ਇੱਥੇ ਆਇਆ ਤੇ ਇੱਥੇ ਪਤਾ ਚੱਲਿਆ ਬਾਈਕਰ ਵੀ ਹੈਗਾ. ਉਹਨੇ ਮੇਰੇ ਮੋਟਰਸਾਈਕਲ ਦੇਖੇ ਬਾਹਰ ਖੜੇ, ਕਹਿੰਦਾ ਮੈਨੂੰ ਮੋਟਰਸਾਈਕਲ ਹੀ ਕਰਾ ਕੇ ਲੈ ਕੇ ਆਓ. ਮੈਂ ਫਿਰ ਉਹਨੂੰ ਲੈ ਗਿਆ ਤੇ ਹੁਣ ਹਰ ਦੂਸਰੇ ਸਾਲ ਮੇਰੇ ਕੋਲ ਆਉਂਦਾ ਮੋਟਰਸਾਈਕਲ ਚਲਾਉਣ. ਸੋ ਵੀ ਗੋ ਫॉर ਅ ਨਾਈਸ 2-day ਬਾਈਕ ਰਾਈਡ. ਸੀ ਇਹਦੇ ਵਿੱਚ ਇੱਕ ਚੀਜ਼ ਹੈ ਕਿ ਜਿਹੜੇ ਤੁਹਾਡੇ ਕੋਲ ਗੈਸਟ ਆਉਂਦੇ ਨੇ ਇੱਥੇ, ਦੇ ਗੋ ਬੈਕ ਐਸ ਫਰੈਂਡਸ. ਇਹ ਸਾਰੀ ਜ਼ਿੰਦਗੀ ਦੀ ਇੱਕ ਰਿਲੇਸ਼ਨਸ਼ਿਪ ਬਣ ਜਾਂਦੀ ਹੈ ਉਹਨਾਂ ਦੇ ਨਾਲ. ਸੋ ਹੁਣ ਫॉर ਐਗਜ਼ਾਮਪਲ ਆ ਜਿਹੜਾ ਪੋਸਟ ਕੋਵਿਡ ਟਾਈਮ ਆਇਆ ਹੈਗਾ, ਯੂ ਵਿਲ ਬੀ ਸਰਪ੍ਰਾਈਜ਼ਡ ਇੰਨੇ ਮੈਨੂੰ ਮੇਰੇ ਗੈਸਟਾਂ ਮੈਸੇजेस ਆਏ ਔਰ ਮੈਂ ਇਹਨਾਂ ਨੂੰ ਕੀਤੇ ਮੈਸੇजेस. ਸੋ ਇਟਸ ਲਾਈਕ ਅ ਫੈਮਿਲੀ ਐਂਡ ਇੰਨੇ ਲੋਕ ਹੈਗੇ ਆ ਜਿਹੜੇ ਵਾਪਸ ਆਉਣਾ ਚਾਹੁੰਦੇ ਆ. ਇੱਕ ਸਾਡੇ ਬ੍ਰਿਟਿਸ਼ ਕਪਲ ਹੈਗਾ, ਉਹ ਮੈਨੂੰ ਹਰ ਦੂਸਰੇ ਦਿਨ ਇੱਕ WhatsApp ਪਾਉਂਦਾ ਹੈਗਾ ਕਿ ਟੀਚਰਸ ਨੇ ਕਿ ਅਸੀਂ ਆ ਕੇ ਤੁਹਾਡੇ ਸਕੂਲ ਚ ਆ ਕੇ ਇੰਗਲਿਸ਼ ਪੜ੍ਹਾਉਣਾ ਚਾਹੁੰਦੇ ਹਾਂ. ਸੋ ਉਹਨਾਂ ਨੂੰ ਹੁਣ ਮੈਂ ਪਰਮਿਸ਼ਨਸ ਲੈ ਕੇ ਦਿੱਤੀਆਂ ਨੇ, ਉਹ 2 ਹਫ਼ਤੇ ਇੱਥੇ ਆਉਣਗੇ, ਮੈਂ ਉਹਨਾਂ ਨੂੰ ਹੋਸਟ ਕਰਾਂਗਾ. ਸੋ these kind of people come. So basically ਅਗਰ ਤੁਸੀਂ ਐਕਟੀਵਿਟੀਜ਼ ਦੀ ਗੱਲ ਕਰੋ, ਸੋ ਜਦੋਂ ਅਸੀਂ ਇਹ ਸਟਾਰਟ ਕੀਤਾ, ਸੋ ਇਹ ਬੜਾ ਵੱਡਾ ਚੈਲੰਜ ਸੀਗਾ ਸਾਨੂੰ ਕਿ ਇੱਥੇ ਲੋਕਾਂ ਨੂੰ ਕਰਾਉਣਾ ਕੀ ਹੈ, ਐਕਟੀਵਿਟੀਜ਼ ਕੀ ਲੈ ਕੇ ਆਉਣੀਆਂ ਨੇ. ਸੋ ਇੱਕ ਤਾਂ ਅਸੀਂ ਫਾਰਮਿੰਗ ਐਕਟੀਵਿਟੀਜ਼, ਜੋ ਫਾਰਮ ਚ ਐਕਟੀਵਿਟੀਜ਼ ਹੁੰਦੀਆਂ, ਮੈਂ ਨਾ ਇੱਕ ਬੜਾ ਅੱਛਾ ਮੋਡਿਊਲ ਕੀਤਾ ਸੀਗਾ ਫॉर द ਕਿਡਸ ਫਰॉम ਇੰਡੀਆ. ਬੱਚੇ ਜਿਹੜੇ ਆਉਂਦੇ ਨੇ ਬੰਬੇ ਤੋਂ, ਬੈਂਗਲੌਰ ਤੋਂ, ਕਿ ਕਮ ਐਂਡ ਬੀ ਅ ਫਾਰਮਰ ਵੀਕਐਂਡ. ਉਹਦੇ ਵਿੱਚ ਬੱਚੇ ਆਉਂਦੇ ਨੇ, not more than 10 to 12 kids. So ਉਹਨਾਂ ਨੂੰ ਮੈਂ ਪੂਰੀ farm activities schedule ਕਰ ਦਿੰਦਾ. So they go and work at the farm and in the evening
the mothers stay here, the parents stay here. So शाम ਨੂੰ ਫਿਰ ਜੋ activities ਉਹ ਕਰਦੇ ਨੇ, ਸ਼ਾਮ ਨੂੰ ਫਿਰ we discuss those activities. So basically, you know, just to create an interest in the kids of the city, of the cities, what a farm life is all about. ਉਹ ਬੜਾ ਸਾਡਾ success ਹੋਇਆ ਹੈ ਇੰਡੀਆ ਦੇ ਵਿੱਚ. Then we also, ਮੈਨੂੰ cooking ਦਾ ਬੜਾ ਸ਼ੌਕ ਹੈ, so I do a lot of cooking. So ਸਾਡੀਆਂ ਪੁਰਾਣੀਆਂ family recipes ਨੇ, ਮਟਨ ਦੀਆਂ ਨੇ, ਚਿਕਨ ਦੀਆਂ ਨੇ, vegetarian ਦਾਲ ਹੈ, ਹੋਰ ਹੈ. So I like to share that with my guests. So ਅਸੀਂ ਸਾਡਾ ਚੁੱਲ੍ਹਾ ਬਣਿਆ ਹੋਇਆ, we have the clay fire, ਤੇ ਉਹ ਲੱਗੀ ਹੁੰਦੀ ਹੈ, ਤੇ ਸ਼ਾਮ ਨੂੰ slow fire cooking ਹੁੰਦੀ ਹੈ. So culinary is a very big thing with us. ਜਿੱਥੇ ਬਹੁਤ ਲੋਕ specially cooking ਲਈ ਆਉਂਦੇ ਨੇ ਮੇਰੇ ਕੋਲ. So ਉਹ 2 ਦਿਨ ਰਹਿੰਦੇ ਨੇ, ਅਸੀਂ ਉਹਨਾਂ ਦੀ recipes, dishes ਬਣਾਉਂਦੇ ਨੇ ਕਿ ਆਹ dishes ਨੇ ਜਿਹੜੀਆਂ ਅਸੀਂ ਕਰਾਂਗੇ ਸ਼ਾਮ ਨੂੰ cook. So ਮੇਰੇ ਨਾਲ ਜਾ ਕੇ ਪਹਿਲੇ raw material ਲੈ ਕੇ ਆਉਂਦੇ ਨੇ ਸਾਰੇ. Raw material ਤੋਂ ਬਾਅਦ, you know, all the ingredients, everything, you know, we explain them nicely. So cooking is a very big experience with us. Where cycling, ਮੇਰੇ ਕੋਲ cycling ਲਈ ਬੜੇ ਲੋਕ ਆਉਂਦੇ ਨੇ. So we did a French group. 18 ਤੋਂ 20 French ਆਏ, all were 70 plus. And ਮਨਦੀਪ ਤੁਸੀਂ ਸਰਪ੍ਰਾਈਜ਼ਡ ਹੋਵੋਗੇ ਕਿ ਰੋਜ਼ ਦੀ ਉਹਨਾਂ ਨੂੰ 30-35 ਕਿਲੋਮੀਟਰ ਦੀ ਮੈਂ ਟਰੈਕ ਬਣਾ ਕੇ ਦਿੱਤੀ ਆਫ ਰੋਡਿੰਗ, ਔਰ ਉਹ ਬੜੇ ਮਜ਼ੇ ਨਾਲ ਕੀਤੀ, ਉੱਤੇ ਥੱਲੇ ਪਹਾੜਾਂ ਦੇ ਵਿੱਚ. ਇਹ ਸਾਰਾ ਹਿਲੀ ਏਰੀਆ ਹੈ ਸਾਡਾ. ਦੇ ਵਰ ਥ੍ਰਿਲਡ. ਸੋ ਅਸੀਂ ਇੱਕ ਅੱਧਾ ਗਰੁੱਪ ਹਰ ਸਾਲ ਸਿਰਫ ਸਾਈਕਲਿਸਟ ਦਾ ਹੀ ਕਰਦੇ ਹਾਂ. ਆਪਣੇ ਸਾਈਕਲ ਆਉਂਦੇ ਨੇ, ਉਹਨਾਂ ਦੇ ਨਾਲ ਲੈ ਕੇ ਆਉਂਦੇ ਨੇ. ਦੇ ਆਰ ਵੈਰੀ ਐਡਵੈਂਚਰਸ ਪੀਪਲ. ਬਾਕੀ ਇੰਡੀਅਨਸ ਨਾਲ ਵੀ ਇਹ ਬੜਾ ਕੈਚ ਅਪ ਹੋ ਰਿਹਾ ਹੁਣ, ਜਿਹੜਾ ਸਾਈਕਲਿੰਗ, ਆਊਟਡੋਰ ਐਕਟੀਵਿਟੀਜ਼ ਨੇ ਜਿਹੜੀਆਂ 4-wheel ਡਰਾਈਵਿੰਗ ਹੈਗੀ ਹੈ, ਟਰੈਕਟਰ ਟਰਾਲੀ ਰਾਈਡ ਹੈਗੀ ਹੈ. ਸੋ ਦੇ ਆਰ ਆਲਸੋ ਕੈਚਿੰਗ ਅਪ. ਸੋ ਸਲੋਲੀ ਇਸ ਐਕਟੀਵਿਟੀਜ਼ ਨੂੰ ਵਿਆਹ ਕਰਦੇ हैं ਜਿਹੜੇ ਮੈਂ ਤੁਹਾਨੂੰ ਪਹਿਲੇ ਦੱਸੇ ਸੀਗੇ. ਸੋ ਲੋਟ ਆਫ ਐਕਟੀਵਿਟੀਜ਼ ਹੁਣ ਹੋ ਰਹੀਆਂ ਨੇ. तो बहुत अच्छा लगा ਮੈਨੂੰ. I also checked your website also, ਤੇ ਬਹੁਤ ਸਾਰੀਆਂ ਐਕਟੀਵਿਟੀਜ਼ ਵੀ ਨੇ, ਬਿਕਾਜ਼ ਜਦੋਂ ਅਸੀਂ ਹੁਸ਼ਿਆਰਪੁਰ ਸੁਣਦੇ ਆ ਤੇ ਅਸੀਂ ਮਾਈਂਡ ਚ ਆਉਂਦਾ ਕਿ ਉੱਥੇ ਕੁਝ ਨਹੀਂ ਹੈਗਾ. ਸੋ the type of activity, ਤੁਹਾਡੀ ਜੀਪ ਦੇਖੀ ਮੈਂ, ਮੋਟਰਸਾਈਕਲ, you know, ਬਾਈਕਸ ਦੇਖੀਆਂ. So it's like very adventurous. ਮੈਨੂੰ ਤੇ ਯਕੀਨ ਹੀ ਨਹੀਂ ਆਵੇ ਕਿ ਇਹ ਪੰਜਾਬ ਹੀ ਹੈਗਾ. So what kind of events, ਜਦੋਂ ਅਸੀਂ ਲਾਈਫ ਇਵੈਂਟਸ ਦੀ ਗੱਲ ਕਰਦੇ ਆ, ਜਿੱਦਾਂ ਕਿ ਵੈਡਿੰਗ ਦੀ ਤੁਸੀਂ ਗੱਲ ਕੀਤੀ, ਸੋ ਕਿਸ ਤਰ੍ਹਾਂ ਦੇ ਇਵੈਂਟਸ ਜਿਹੜੇ ਆ ਉਹ ਤੁਸੀਂ ਹੋਸਟ ਕੀਤੇ ਨੇ ਹੁਣ ਤੱਕ, ਜਾਂ ਮੈਨੀ ਪੀਪਲ ਕੈਨ ਗੈਟ ਆਈਡੀਆ. ਮੈਂ ਚਾਹੁੰਦੀ ਕਿ ਅੱਜ ਦੀ ਸਾਡੀ ਇਸ ਸੈਸ਼ਨ ਤੋਂ ਸਾਡਾ ਯੂਥ ਆ, ਦੇ ਸ਼ੁਡ ਆਲਸੋ ਥਿੰਕ ਅਬਾਊਟ ਇਟ ਕਿ ਰੂਰਲ ਚ ਵੀ ਕਿੰਨਾ ਸਕੋਪ ਆ. ਹੈਵ ਡਨ ਇਟ ਸੋ ਸਕਸੈਸਫੁਲੀ. ਸੋ ਵਾਟ ਕਾਈਂਡ ਆਫ ਇਵੈਂਟਸ ਯੂ ਥਿੰਕ ਕਿ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਕਰਦੇ ਹੋ? ਸੀ ਇੱਕ ਤਾਂ ਅਸੀਂ ਵੈਡਿੰਗਸ ਕਰਦੇ ਨੇ, ਬਟ ਸਾਡੀਆਂ ਜਿਹੜੀਆਂ ਵੈਡਿੰਗਸ ਹੁੰਦੀਆਂ ਨੇ, ਇਟਸ ਨਾਟ ਲਾਈਕ ਦ ਬਿਗ ਫੈਟ ਵੈਡਿੰਗ ਜਿੱਥੇ 1000 ਬੰਦਾ ਆਉਂਦਾ ਹੈ. ਸੋ ਇਟਸ ਜਸਟ ਉਹ ਜਿਹੜੇ 20-22-25 ਗੈਸਟ ਹੁੰਦੇ ਆ, ਸਿਰਫ ਉਹਨਾਂ ਦੇ ਹੀ ਵੈਡਿੰਗ ਕਰਦੇ. ਸੋ ਸਾਡਾ ਪਿੰਡ ਸਾਰਾ ਆਰਗੇਨਾਈਜ਼ ਕਰਦਾ. ਇਟਸ ਲਾਈਕ ਅ ਵੈਰੀ ਸਮਾਲ ਵੈਡਿੰਗ, ਜਿਹੜੀ ਫੈਮਿਲੀ ਵੈਡਿੰਗ ਹੁੰਦੀ ਹੈ ਉਹ ਕਰਦੇ. ਦੈਨ ਲਾਸਟ ਈਅਰ ਵੀ ਡਿਡ ਆਵਰ ਫਰਸਟ ਲਿਟ ਫੈਸਟ. Citrus County hosted the first lit fest, ਜਿਹੜਾ ਹੁਸ਼ਿਆਰਪੁਰ ਲਿਟ ਸੋਸਾਇਟੀ ਨੇ ਆਰਗੇਨਾਈਜ਼ ਕੀਤਾ. That was a very big success. Captain Amrinder inaugurated it. Then with that we had very good authors. ਜਿਹੜੇ authors ਸੀਗੇ ਨਾ, quality of authors ਬਹੁਤ ਵਧੀਆ ਸੀਗੀ. So one day event ਸੀਗਾ. So ਬੜੇ ਬੱਚੇ ਆਏ colleges ਤੋਂ, schools ਤੋਂ. We almost had about 1500 people rolling in and out at our venue, you know. Then we ended thing with our Sudeep Pathar ji. ਉਹਨਾਂ ਦੇ ਨਾਲ end ਕੀਤਾ, ਜਿਹੜਾ ਲਾਸਟ ਸੈਸ਼ਨ ਉਹਨਾਂ ਦਾ ਸੀਗਾ. ਬਟ ਬਹੁਤ ਅੱਛੇ. ਸੋ ਹਰ ਅਸੀਂ ਇਸ ਸਾਲ ਵੀ ਮਾਹੌਲ ਠੀਕ ਹੋਇਆ, ਕੋਵਿਡ ਨੇ ਕਰਨ ਦਿੱਤਾ, ਤੇ ਜ਼ਰੂਰ ਕਰਾਂਗੇ ਦੁਬਾਰਾ ਤੋਂ ਆਪਣਾ ਸੈਕੰਡ ਲਿਟ ਫੈਸਟ ਵੀ ਕਰਾਂਗੇ. ਪੀਪਲ ਕੈਨ ਹੈਵ ਅ ਸੈਕੰਡ ਪਲੇਸ. ਜਿੱਦਾਂ ਹੁਣ ਮੈਂ ਵੀ ਆਇਆ, ਅਸੀਂ ਸੋਚਦੇ ਆ ਕਿ ਆਪਣਾ ਬਰਥਡੇਜ਼ ਸੈਲੀਬ੍ਰੇਟ ਕਰਨੇ ਵਿਦ ਫੈਮਿਲੀ ਜਾਣਾ ਹੈ. ਯੂ نو ਲੋਟ ਆਫ ਪੀਪਲ ਡੂ ਦੈਟ. ਐਨੀਵਰਸਰੀਜ਼ ਕਰਦੇ ਨੇ, ਬਰਥਡੇਜ਼ ਕਰਦੇ ਨੇ. ਇੱਕ ਇੱਥੇ ਨਾ ਕਿੱਟੀ ਕਲਚਰ ਬੜਾ ਹੈ ਪੰਜਾਬ ਦੇ ਵਿੱਚ. So lot of people come and do their kitties with us. You know, I find it very funny, but that's where your income also comes, you know. So I'm fine with it. बड़े आंदे ने couple kitties ने, बच्चों दी kitties, पता नहीं की कुछ हैगा. So lot of people come and for this. So एक rural place से ਤੁਹਾਡਾ venture है. I think lot of local people must be involved in this. So how it's helping to generate employment locally? Mandeep, you'll be surprised. I am a very firm believer कि ਜਿਹੜੀ labor है ना, ਤੁਹਾਡੀ ਜਿਹੜੇ employees ਨੇ, right, ਉਹਨਾਂ ਨੂੰ don't take them skilled. You take them unskilled and skill them. ਉਹਨਾਂ ਨੂੰ ਟ੍ਰੇਨ ਆਪਣੇ ਹਿਸਾਬ ਨਾਲ ਕਰੋ. ਇੱਕ ਤਾਂ ਜਿਹੜਾ raw employee ਹੁੰਦਾ, he learns faster because he is very keen to learn. ਉਹਦਾ ਇੰਟਰਸਟ ਹੁੰਦਾ. So I have all people ਜਿਨ੍ਹਾਂ ਨੂੰ ਮੇਰੇ ਫਾਰਮ 'ਚ ਕੰਮ ਕਰਦੇ ਸੀਗੇ ਸਾਰੇ, ਉਹਨਾਂ ਨੂੰ ਮੈਂ ਲਿਆ ਕੇ ਸਾਰਿਆਂ ਨੂੰ ਟ੍ਰੇਨ ਕੀਤਾ. And you'll be surprised, ਮਨਦੀਪ, ਮੇਰੇ 60% of my employees are girls. ਮੈਂ women employment ਨੂੰ ਬਹੁਤ encourage ਕਰਦਾ.
very nice. and 60% ਇੱਥੇ ਮੇਰੇ ਕੋਲ women employees ਨੇ and ਸਾਰਿਆਂ ਦੀ salaries ਬੜੀਆਂ ਅੱਛੀਆਂ ਹੈ, they have a very good work environment, they are ਬੜੇ ਸਾਫ ਸੁਥਰੇ ਆਪਣੇ ਘਰ ਦਿੱਤੇ ਹੋਏ ਸਾਰਿਆਂ ਨੂੰ ਰਹਿਣ ਲਈ, I provided them everything and they are very loyal with us. ਜਦ ਦਾ ਅਸੀਂ ਸ਼ੁਰੂ ਕੀਤਾ ਹੈ ਮੇਰੇ ਖਿਆਲ 80% ਉਹੀ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਸੀਗੇ ਜਦੋਂ we started. So I feel ਜਿਹੜੀ ਤੁਹਾਡੀ employees ਨੇ like yours also, they are like the heart of your organization. Right. And if you don't treat your employees well, you will never succeed in life. And that's what's happened. And COVID ਨੇ example set ਕੀਤਾ ਹੈ. ਮੈਂ ਜਿੱਦਾਂ ਤੁਸੀਂ ਵੀ ਆਪਣੇ employees ਲਈ ਕੱਢੇ, ਮੈਂ ਤੁਹਾਡੀ ਪੜ੍ਹ ਰਿਹਾ ਸੀਗਾ, you have raised the salaries during the COVID time, am I right? So that's a very good thing. ਅਸੀਂ ਵੀ ਆਪਣੇ ਸਾਰੇ employees ਨੂੰ ਰੱਖਿਆ, ਉਹਨਾਂ ਨੂੰ salaries ਦਿੱਤੀਆਂ, ਸਭ ਕੁਝ, we have retained everything. So I feel proud of being in that kind of organization and the system. Like when you are opening up again, like key situation chal rahi hai, when you are going to start everything, like when you are opening up again, and what is the scenario of the overall industry? See, I feel कि ਹੁਣ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ 8 ਤਰੀਕ ਤੋਂ ਤੁਸੀਂ ਖੋਲ ਸਕਦੇ ਹੋ ਆਪਣੇ ਹੋਟਲਸ, ਬਟ ਹਲੇ ਉਹਨਾਂ ਦੀ ਇੱਕ ਹੋਰ ਆਣੀ ਹੈ ਕਿ ਕਿੱਦਾਂ ਖੋਲ ਸਕਦੇ ਹੋ, the way you can open up, ਹਲੇ ਉਹ ਨਹੀਂ ਆਈ. So it's basically there's a confusion. ਕੋਈ ਕਹਿੰਦਾ 8 ਨੂੰ ਨਹੀਂ ਖੁੱਲੇਗਾ, ਕੋਈ ਕਹਿੰਦਾ 15 ਨੂੰ ਖੁੱਲੇਗਾ. So ਜਦੋਂ ਖੁੱਲੇਗਾ whenever we are able to open. But ਮੈਂ ਤੁਹਾਨੂੰ ਦੱਸਾਂ ਕਿ post COVID scenario ਬੜਾ different ਹੋਏਗਾ, traveling scenario. ਪਹਿਲੇ ਤਾਂ ਅਸੀਂ ਬੈਠੇ ਬੈਠੇ ਪ੍ਰੋਗਰਾਮ ਬਣਾਉਂਦੇ ਸੀ, ਚਲੋ ਗੋਆ ਚੱਲੀਏ, ਚਲੋ ਬੰਬੇ ਚੱਲੀਏ, ਫਲਾਈਟ ਬੁੱਕ ਕਰੋ ਜਾ ਕੇ. ਸੋ ਹੁਣ ਥੋੜੀ ਦੇਰ ਲਈ ਫਲਾਈਟਸ ਵਗੈਰਾ ਚ ਲੋਕਾਂ ਨੇ ਥੋੜਾ ਹੈਜ਼ਿਟੇਟ ਕਰਨਾ. ਸੋ ਜਿਹੜੇ ਲੋਕਲਾਈਜ਼ਡ ਹੌਲੀਡੇਜ਼ ਨੇ ਨਾ, that will be in demand now, especially ਛੋਟੀਆਂ ਪ੍ਰੋਪਰਟੀਜ਼ ਜਿੱਦਾਂ 5 ਕਮਰਿਆਂ ਵਾਲੀ, 10 ਕਮਰਿਆਂ ਵਾਲੀ ਪ੍ਰੋਪਰਟੀ ਜਿੱਥੇ ਲੋਕ ਨਾ ਜ਼ਿਆਦਾ ਹੋਣ, farm tourism, rural tourism. ਮੈਂ ਇਨਫੈਕਟ ਗਵਰਨਮੈਂਟ ਆਫ ਇੰਡੀਆ ਨੇ ਮੇਰੇ ਤੋਂ ਇੱਕ ਰეკਮੈਂਡੇਸ਼ਨ ਮੰਗੀ ਸੀਗੀ about what do you think post COVID what's going to happen. So I said post COVID you should encourage people to see India through her villages, pinda de through India nu vekhਣ ਦੋ. It's an opportunity for people to go and see the country, and it's an opportunity for them to pay back the farmers ਜਿਨ੍ਹਾਂ ਨੇ ਰੋਟੀ ਖਿਲਾਈ ਸਾਰਿਆਂ ਨੂੰ. If you see the situation, ਪੰਜਾਬ ਨੇ ਹਰ ਵਾਰੀ ਅਸੀਂ ਸਾਰਿਆਂ ਨੂੰ ਰੋਟੀ ਖਿਲਾਉਂਦੇ ਆ, ਇਸ ਵਾਰ ਵੀ ਸਾਰੀ ਵੀਟ ਇੱਥੋਂ ਗਈ ਹੈ ਟ੍ਰੇਨਸ ਦੇ ਵਿੱਚ, ਤਾਂ ਲੋਕਾਂ ਨੂੰ ਰੋਟੀ ਮਿਲੀ ਹੈਗੀ ਹੈ, ਨਹੀਂ ਤਾਂ ਲੋਕਾਂ ਨੇ ਭੁੱਖੇ ਮਰ ਜਾਣਾ ਸੀਗਾ. So that's what my feeling is, that India ਵਿੱਚ ਜਿਹੜਾ ਹੈਗਾ ਡਰਾਈਵਿੰਗ ਹੌਲੀਡੇਜ਼ ਬਹੁਤ ਜ਼ਿਆਦਾ ਇਨ ਡਿਮਾਂਡ ਹੋਣੀਆਂ. ਲੋਕਾਂ ਨੇ ਆਪਣੀਆਂ ਗੱਡੀਆਂ 'ਚ ਜਾਣਾ ਹਰ ਜਗ੍ਹਾ, ਬਿਕੋਜ਼ they don't want to take a risk, ਟ੍ਰੇਨ 'ਚ ਬਹਿਣਾ, ਫਲਾਈਟ 'ਚ ਬਹਿਣਾ. ਉਹ ਕਹਿੰਦੇ ਆਪਣੀ ਫੈਮਿਲੀ ਨਾਲ ਜਾਓ, ਆਪਣੇ ਫਰੈਂਡਸ ਗਰੁੱਪਸ 'ਚ ਜਾਣਗੇ, and that should be very beneficial for the small hotels all over the country. I feel bad for the big hotels also. They will also do well at the end of the day. जिस दिन ਇਹਦੀ ਵੈਕਸੀਨ ਆ ਗਈ, ਸਭ ਕੁਝ ਜਾਣਾ ਸਾਰਿਆਂ ਨੂੰ. ਕੋਵਿਡ ਕੀ ਸੀਗਾ, ਸਭ ਨੇ ਉਦਾਂ ਹੀ ਵਿਆਹ ਹੋਣੇ ਹੈ, ਉਦਾਂ ਹੀ ਬੈਂਕੁਏਟਸ ਹੋਣੇ ਹੈ, ਕੋਈ ਫਰਕ ਨਹੀਂ. ਸਾਡੀ ਜਿਹੜੀ ਮੈਮਰੀ ਹੈ ਨਾ, ਹਿਊਮਨ ਮੈਮਰੀ ਇਜ਼ ਵੈਰੀ ਸ਼ਾਰਟ. ਸੋ ਇਹ ਵਾਪਸ ਆ ਜਾਣਾ in 1 year's time. Everything is going to be back in normal. ਲੋਕਾਂ ਨੇ ਕਹਿਣਾ it's the past COVID. So like as many countries, ਬਹੁਤ ਸਾਰੇ ਜੇ ਆਪਾਂ developed countries ਦੀ ਗੱਲ ਕਰੀਏ, ਅਸੀਂ European Union ਕਰੀਏ, recently they have announced ਕਿ liquidity support ਕੀਤਾ ਜਾਏਗਾ tourism industry ਨੂੰ, fiscal relief ਉਹਨਾਂ ਨੂੰ ਮਿਲੇਗਾ, and lot of packages. So what according to you should the steps of the government to support the tourism industry? I think ਕੋਈ ਪੈਕੇजेस ਆਏ ਵੀ ਆ ਕਿ ਨਹੀਂ ਆਏ, ਜੇ ਨਹੀਂ ਆਏ ਤੇ what do you think ਕਿ ਕੁਝ ਕਿਸ ਤਰ੍ਹਾਂ ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਸੀ ਜਾਂ ਗਵਰਨਮੈਂਟ ਕਰੇ, because I think there is a huge setback. See, as far as government of India is concerned, ਮੈਂ ਜਦੋਂ ਸਾਡੀ ਫਾਈਨੈਂਸ ਮਿਨਿਸਟਰ ਆਏ ਸੀਗੇ ਟੀਵੀ ਤੇ, ਮੈਂ I was glued to the TV ਕਿ ਸ਼ਾਇਦ ਕੁਝ ਟੂਰਿਜ਼ਮ ਸਰਵਿਸ ਇੰਡਸਟਰੀ ਬਾਰੇ ਕਹਿਣਗੇ, ਕੋਈ ਬੈਨੀਫਿਟਸ ਦੇਣਗੇ, ਰਿਲੈਕਸੇਸ਼ਨ ਦੇਣਗੇ, ਉਹ ਗੋਲ ਮੋਲ ਦੀ ਗੱਲ ਕਰਕੇ. So I feel I'm very disappointed, to be very frank. Government of India's apathy towards the hospitality industry. Dekho, at the end of the day, the service industry, the hospitality sector is the sector which gives the maximum employment. Yeah. Asi agar unna nu hi karke davange, we are bleeding. The hospitality industry is bleeding. Hun mainu ek gal dasso tusi, hun airlines nu agar tusi benefit nahi doge, how will they survive? How will they revive themselves? ਉੱਥੇ ਤੁਸੀਂ social distancing ਦੀ ਗੱਲ ਕਰ ਰਹੇ ਹੋ, planes ਵਿੱਚ ਤੁਸੀਂ social distancing ਕਰ ਰਹੇ ਹੋ, ਤੇ ਸ਼ਹਿਰਾਂ ਦੇ ਵਿੱਚ ਤੁਹਾਡੇ ਬੰਦਾ ਦਾ ਬੰਦਾ ਚੜ ਗਿਆ. They are very confused. Yeah. So what I feel ke they should give something, at least
पैसे नहीं दे सकते, फाइनेंशियल असिस्टेंस नहीं दे सकते, थोड़ा जिहा समथिंग लाइक GST च थोड़ी जी रिलैक्सेशंस कर देन, इलेक्ट्रिसिटी बिल्स ते रिलैक्सेशन कर देन. एज फार एज पंजाब गवर्नमेंट इज कंसर्न, मैं PM साहब नाल वेबिनार ते सीगा परसों. आई हैव गिवन सम रिकमेंडेशंस टू हिम ऑन हाउ वी कैन, सेम चीज मैं उन्होंने वही कही कि ਅਸੀਂ गवर्नमेंट कैन नॉट गिव मनी बट वी कैन गिव सम रिलैक्सेशंस टू द होटल इंडस्ट्री. एंड आई एम वेरी होपफुल एंड ऑप्टिमिस्टिक, since he's a very positive man, he's going to come back to us with something to offer for the hospitality. Otherwise, sada haal bada bura hona hai. We are going to be in a very bad shape, and that's going to be very unfortunate. ਤੁਸੀਂ ਦੇਖੋ ਨਾ, ਅੰਮ੍ਰਿਤਸਰ ਤੁਹਾਡਾ ਸ਼ਹਿਰ ਦੇਖੋ, ਅੰਮ੍ਰਿਤਸਰ is, you get more people in Amritsar than Agra. ਬਿਲਕੁਲ ਬਿਲਕੁਲ. ਇੰਡਸਟਰੀ ਨੂੰ ਥੋੜਾ ਜਿਹਾ we need to push them, ਆਪੇ ਹੀ ਰਿਵਾਈਵ ਕਰ ਲੈਣਾ ਇਹਨਾਂ ਨੇ, but we need to push them, so let's see ਕੀ ਹੁੰਦਾ ਹੈਗਾ. ਵਾਹਿਗੁਰੂ ਮੇਰ ਰੱਖੇਗਾ. ਨਹੀਂ ਨਹੀਂ, ਮੈਂ ਕਹਿੰਦੀ ਮੇਰ ਰੱਖੇ ਤੇ ਆਈ ਵਿਲ ਬੀ ਯੋਰ ਗੈਸਟ ਫॉर श्योर, ਇਹ ਤੇ ਪੱਕੀ ਗੱਲ. ਸੋ ਨੈਕਸਟ, ਲਾਈਕ ਇਨ ਸਿਟਰਸ ਕਾਉਂਟੀ, ਇਨ ਯੋਰ ਪ੍ਰੋਪਰਟੀਜ਼, ਫॉर better and safer experience for your guests, what changes you are planning? See, quality conscious ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਸੀਗੇ. We were very quality conscious. Cleanliness ਸਾਡੀ ਬੜੀ ਸੀਗੀ. So you know, ਸਾਨੂੰ ਇੱਕ advantage ਹੈ ਉਹਦਾ ਕਿ ਸਾਨੂੰ we don't have too much of changes to take it back to what the guidelines are. Right. So ਇਹਦੇ ਵਿੱਚ ਹੁਣ ਜਿੱਦਾਂ ਸਾਨੂੰ ਸੈਨੀਟਾਈਜ਼ਰਸ ਅਸੀਂ ਨਹੀਂ ਰੱਖਦੇ ਸੀਗੇ, ਕੋਈ ਵੀ ਨਹੀਂ ਰੱਖਦਾ ਸੀ ਸੈਨੀਟਾਈਜ਼ਰਸ, ਜਿਹੜੇ ਆ ਐਲਕੋਹਲ ਬੇਸਡ ਸੈਨੀਟਾਈਜ਼ਰਸ ਨੇ ਉਹ ਰੱਖਾਂਗੇ, ਪਲੱਸ ਮਾਸਕਸ ਨੇ, ਪਲੱਸ ਤੁਹਾਡਾ ਜਿਹੜਾ ਰੂਮਸ ਨੇ ਉਹਨਾਂ ਨੂੰ ਸੈਨੀਟਾਈਜ਼ ਹੋਰ ਬੈਟਰ ਵੀ ਕਰਾਂ, ਪਲੱਸ ਹਰ ਗੈਸਟ ਦਾ ਟੈਂਪਰੇਚਰ ਚੈੱਕ ਕਰਾਂਗੇ, ਹਰ EMPLOYEE ਦਾ temperature check karange. These are the basic guidelines ਜਿਹੜੀਆਂ ਆਈਆਂ ਨੇ. I think your properties, the beauty is ki already crowded nahi ਇੰਨੀਆਂ ਜ਼ਿਆਦੀਆਂ. It's like the experience based ਹੈਗੀਆਂ ਨੇ, so there are not hundreds and hundreds of people ki ਜਿਹੜੇ ਆ ਰਹੇ ਨੇ ਜਾ ਰਹੇ ਨੇ ਇੱਧਰ ਉੱਧਰ. So quite, I also ki duro I feel ki ਹਾਂ ਕਾਫੀ farm stays, you are the first person I have ever ਜਿਹਨੂੰ ਮੈਂ ਮਿਲੀ, and ਮੈਨੂੰ ਇਸ concept ਦਾ ਥੋੜਾ detail ਪਤਾ ਲੱਗਾ, and I really liked it. So there is a major setback to the tourism industry. ਜੇ ਆਪਾਂ hotels ਦੀ ਗੱਲ ਕਰ ਲਈਏ, farm stays ਦੀ ਗੱਲ ਕਰ ਲਈਏ, so ਜਿਹੜੇ business owners ਹੈ, I think you are a one true entrepreneur, ਹਨਾ. ਇੱਕ ਹੁੰਦਾ businessman ਹੀ ਬਸ, ਤੇ ਇੱਕ ਹੁੰਦਾ ਹੈ ਕਿ ਜਿਹਦੇ ਚ ਨਾ entrepreneurial traits ਹੁੰਦੇ, ਉਹਨੂੰ ਲੱਗਦਾ ਹੈ ਕਿ ਡਿੱਗ ਵੀ ਪਏ ਤੇ ਉੱਠਣਾ ਹੀ ਆ, ਹਨਾ, ਕਰਨਾ ਹੀ ਕਰਨਾ ਹੈ. They never think of closing something, they always innovate ਕਿ ਨਹੀਂ ਇਹਨੂੰ ਏਦਾਂ ਨਹੀਂ ਤੇ ਚਲੋ ਹੁਣ ਏਦਾਂ ਕਰ ਲਾਂਗੇ. So what are your suggestions to business owners, like ਕਿ ਹੁਣ ਜਦੋਂ ਹੌਲੀ ਹੌਲੀ ਖੁੱਲੇਗਾ ਤੇ with what strategies they should bounce back? See, I'll tell you, Mandeep, first of all, by heart I'm a jimidar. I'm a farmer. ठीक है, farming is in my blood. So मैं तो ਦੱਸਦਾ ਹੁਣ, ਤੁਸੀਂ ਮੈਨੂੰ question ਪਹਿਲੇ ਪੁੱਛਿਆ ਸੀਗਾ ਕਿ why you chose to do farm tourism. ਉਹਦਾ ਇੱਕ ਹੋਰ ਵੱਡਾ ਰੀਜ਼ਨ ਸੀਗਾ ਕਿ ਜਿਹੜੀ farm income ਸੀਗੀ ਉਹ ਬੜੀ shrink ਕਰ ਰਹੀ ਸੀਗੀ, because you know ਸਾਡਾ 4th generation farm ਸੀਗਾ, ਬੜਾ ਵੱਡਾ 250-300 ਏਕੜ ਦਾ farm ਹੈ, ਤੇ ਉਹਦੇ ਨਾਲ ਪੁਰਾਣੀਆਂ plantations ਲੱਗੀਆਂ ਹੋਈਆਂ ਸੀ. So ਹੌਲੀ ਹੌਲੀ ਅਸੀਂ ਉਹਨਾਂ ਨੂੰ change ਕਰਨੀਆਂ ਸ਼ੁਰੂ ਕੀਤੀਆਂ. So when we were in the process of changing, ਤੇ ਇਨਕਮ ਜਨਰੇਟ ਹੋਣੀ ਘੱਟ ਗਈ ਸੀ, ਬਿਕਾਜ਼ ਪਲਾਂਟਸ ਨੈਚੁਰਲੀ ਨਵੇਂ ਸੀਗੇ, ਫਰੂਟ ਨਹੀਂ ਆ ਰਿਹਾ ਸੀਗਾ. ਸੋ this was also to get some extra income from the farm. But you know, I'll tell you ਕਿ ਆ ਜਿਹੜੀ ਸਿਚੁਏਸ਼ਨ ਕੋਵਿਡ ਨੇ ਕ੍ਰੀਏਟ ਕੀਤੀ ਹੈ, ਇਹਦੇ ਨਾਲ ਜਿਹੜੇ ਫਾਰਮਿੰਗ ਔਰ ਹਸਪਿਟੈਲਿਟੀ they started complementing each other. ਹੁਣ ਮੇਰੇ farm income is supporting the farm stay income, the hospitality sector. ਪਹਿਲੇ ਉਹ ਕਰਦੀ ਸੀ. So it's like a beautiful combination of two things together. So I feel कि ਜਿਹੜੀ farming community है, ਜਿਹੜੇ rural farm stay owners ne ya home stay, they must work on their farm also. ਮਾੜੇ ਵਕਤ ਦਾ ਪਤਾ ਨਹੀਂ ਚੱਲਦਾ ਕਦੋਂ ਆ ਜਾਣਾ ਹੈ. So both ਦੋਨੋਂ ਤਰਫਾਂ ਤੋਂ ਆਪਣੀ ਇਨਕਮ ਜਨਰੇਟ ਕਰਨੀ ਹੈ. So ਤੁਹਾਨੂੰ ਲੱਗਦਾ ਹੈ ਕਿ ਹੋਰ ਵੀ budding entrepreneurs they can think of starting farm stays in Punjab? So Mandeep, I feel that it's a good opportunity for farmers to start this venture in farm tourism. ਮੈਂ ਤਾਂ ਹਮੇਸ਼ਾ ਸ਼ੁਰੂ ਤੋਂ ਹੀ ਕਹਿੰਦਾ ਰਿਹਾ, farmers ਨੂੰ additional source of income ਲੈਣੀ ਚਾਹੀਦੀ ਹੈ, and ਆਪਣੇ farms ਨੂੰ farm stays ਬਣਾਉਣਾ ਚਾਹੀਦਾ ਹੈ. ਇਨਫੈਕਟ ਪੰਜਾਬ ਦੇ ਵਿੱਚ ਗਵਰਨਮੈਂਟ ਦੀ ਜਿਹੜੀ ਸਕੀਮ ਹੈਗੀ ਹੈ, 25-30 farm stays ਹੈਗੇ ਹੈ. I don't know how they are doing or ਕਿੱਦਾਂ ਉਹਨਾਂ ਦੀ ਮੇਨਟੇਨੈਂਸ ਹੈ ਕੀ ਹੈ, but it's a very good opportunity for people and farmers to start a venture like this. Not just in Punjab, all over India. And I will tell you, ਜਿਹੜਾ time ਆ ਰਿਹਾ ਹੈਗਾ, ਇਹ basically time is where people are going to drive through rural India. So it's a good opportunity. So what keeps you motivated like all the time? What is your passion? So Mandeep, I am a pretty motivated man. I like
to be always busy. So when I'm not working the farm or at my farm stay, I'm very fond of cycling and motorcycling. So motorcycling ਤਾਂ ਮੈਂ ਪਹਿਲੇ ਇੰਡੀਆ 'ਚ ਬੜੀ ਕਰਦਾ ਸੀਗਾ, ਮਗਰ ਹੁਣ ਮੈਂ ਇੱਥੇ ਨਹੀਂ ਕਰਦਾ, ਇੱਥੇ ਟ੍ਰੈਫਿਕ ਬੜਾ ਮਾੜਾ ਹੈਗਾ। ਸੋ ਮੈਂ ਹੁਣ I go all over the world, ਮੈਂ 2 ਵਾਰੀ ਜਾਂਦਾ ਸਾਲ 'ਚ, ਉੱਥੇ ਬਾਈਕ ਹਾਇਰ ਕਰਦਾ and I see the country thoroughly and enjoy myself. And baki I'm very fond of good music, so anything which sounds good to the ears, like good English music, good Hindi music, Urdu music I like, especially Pakistan to acha music jada aanda hai. Then I'm very fond of good French and Italian instruments, so I keep myself busy in all these things. So determination badi hai. I do a lot of research, something related to hospitality or farming, I read that, so I keep myself updated. So that's how I pass my time. So any message you would like to give to people watching this show? So Mandeep, I would like to, for all my listeners and all your viewers on this lovely show, मैं उन्हां नूं ही कहना चाहांगा कि thank you for listening to me and giving me an opportunity कि मैं इत्थे आके बोलिया। मैं ਇਹ ਕਹਿਣਾ ਚਾਹਨਾ कि we are going through a very bad time, ਸਾਰੀ ਦੁਨੀਆ ਦੇ ਵਿੱਚ ਜਿਹੜਾ ਕੋਵਿਡ ਦਾ ਟਾਈਮ ਹੈ, ਮਾੜਾ ਵਕਤ ਹੈ ਸਾਰਿਆਂ ਲਈ, ਬਟ ਇਹ ਲੰਘ ਜੂਗਾ। ਸੋ ਮੈਨੂੰ ਅਹਿਸਾਸ ਹੈ ਕਿ ਸਾਰਿਆਂ ਦਾ ਬੜਾ ਨੁਕਸਾਨ ਹੋਇਆ ਹੈ, ਬਿਜ਼ਨੈਸਿਸ 'ਚ ਨੁਕਸਾਨ ਹੋਇਆ, ਵਪਾਰ 'ਚ ਨੁਕਸਾਨ ਹੋਇਆ, ਲੋਕਾਂ ਦੇ ਲਵਡ ਵਨਸ ਵੀ ਗੁਜ਼ਰੇ ਨੇ ਇਹਦੇ ਵਿੱਚ। ਬਟ ਆਈ ਥਿੰਕ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਹੈ ਐਂਡ ਬੀ ਕੇਅਰਫੁਲ ਆਫ this pandemic, and ਜਿੱਦਾਂ ਗਵਰਨਮੈਂਟ ਸਾਨੂੰ instructions ਦਿੰਦੀ ਹੈ, we must follow that, and so that we are in a better world. And that's what I want to say. And I also want to tell you, Mandeep, that you are like a star which given an example, see ਪਿੰਡ ਵਿੱਚ ਰਹਿ ਕੇ ਤੁਸੀਂ ਇੰਨਾ ਵਧੀਆ establish ਕੀਤਾ ਆਪਣੇ ਆਪ ਨੂੰ, ਔਰ ਤੁਸੀਂ ਇੰਨੀ employment ਦੇ ਰਹੇ ਹੈਗੇ ਹੋ, so that's a good method of leading. So I wish you all the best, and I also thank you for having me. ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। So thank you so much ਸਾਡੇ ਨਾਲ ਜੁੜਨ ਲਈ। I hope ਕਿ ਸਾਡੀ ਸਾਰੀ ਆਡੀਅנס ਨੂੰ ਅੱਜ ਦਾ ਬਹੁਤ ਹੀ ਅੱਛਾ ਲੱਗਾ ਹੋਏਗਾ। So ਹਰਕਿਰਤ ਜੀ ਜਿਹੜੇ ਬਹੁਤ ਹੀ ਸਕਸੈਸਫੁਲ ਐਗਜ਼ਾਮਪਲ ਨੇ, ਹੁਸ਼ਿਆਰਪੁਰ ਦੇ ਵਿੱਚ ਰਹਿ ਕੇ, ਛੋਟੀ ਜਿਹੀ ਜਗ੍ਹਾ ਤੇ ਰਹਿ ਕੇ ਜਿਹੜਾ ਉਹਨਾਂ ਨੇ ਬਹੁਤ ਹੀ ਸਕਸੈਸਫੁਲ ਬਿਜ਼ਨਸ ਸੈਟਅਪ ਕੀਤਾ ਹੈ ਫਾਰਮਿੰਗ ਤੇ ਹੋਟਲ ਇੰਡਸਟਰੀ ਦਾ। ਮੈਂ ਕਹਾਂਗੀ ਕਿ ਬਹੁਤ ਹੀ ਅੱਛਾ ਕੰਬੀਨੇਸ਼ਨ ਜਿਹੜਾ ਬਣਾਇਆ। ਸੋ ਮੈਨੀ ਪੀਪਲ ਕੈਨ ਲਰਨ ਫਰਮ ਹਿਮ। ਜੇ ਤੁਹਾਡੇ ਵਿੱਚ ਪੈਸ਼ਨ ਹੋਵੇ ਤੇ ਤੁਸੀਂ ਕਿਸੇ ਵੀ ਚੀਜ਼ ਨੂੰ ਬਿਜ਼ਨਸ 'ਚ ਕਨਵਰਟ ਕਰ ਸਕਦੇ ਹੋ। ਸੋ ਆਈ ਹੋਪ ਯੂ ਲਾਈਕਡ ਦਿਸ ਸ਼ੋ। ਮੇਰੀ ਹਮੇਸ਼ਾ ਕੋਸ਼ਿਸ਼ ਹੋਏਗੀ ਅਸੀਂ ਕਿਸੇ ਨਾ ਕਿਸੇ ਐਂਟਰਪ੍ਰੀਨਿਓਰ ਨੂੰ, ਸੋਸ਼ਲ ਵਰਕਰ ਨੂੰ, ਜਾਂ ਕਿਸੇ ਵੀ ਪਰਸਨੈਲਿਟੀ ਨੂੰ ਜਿਹਦੇ ਤੋਂ ਅਸੀਂ ਸਿੱਖ ਸਕਦੇ ਹਾਂ, ਉਹਨਾਂ ਨੂੰ ਆਪਣੇ ਸ਼ੋਅ ਤੇ ਲੈ ਕੇ ਆਈਏ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ। ਮਨਦੀਪ ਕੌਰ ਸਿੱਧੂ।